ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨਤ ਪਿਤਾ ਕੇ ਬਚਨ ਕੋ ਪ੍ਰਿਥਿਆ ਅਤ ਹੰਕਾਰ ਮਹਾ ਕ੍ਰੋਧ ਕੋ ਧਾਰ ਕੈ ਸਨਮੁਖ ਕੀਨ ਉਚਾਰ ਸੁਨਤ ਪਿਤਾ ਕੇ ਬਚਨ ਕੋ ਪ੍ਰਿਥਿਆ ਅਤ ਹੰਕਾਰ
महा क्रोध को तार कै सन्मुख कीन उचार। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਅਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਦੀਨਾ ਬੰਧੂ ਭਗਤ ਵਛਲ ਗੁਰੂ ਗਰੀਬ ਨਵਾਜ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਦਾਨ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਾਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਤਨ ਮਨ ਹੋਏ ਨਿਹਾਲ। ਜਾ ਗੁਰੂ ਦੇਖਾ ਸਾਹਮਣੇ ਆਪਣੇ ਨੇਤਰਾਂ ਨੂੰ ਸਰੀਰ ਨੂੰ ਸਫਲਾ ਬਣਾਇਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸ਼ੋਭਾ ਕੀਰਤ ਸ਼ਰਵਣ ਕਰਨ ਵਾਸਤੇ ਆਪ ਮਾਈ ਪਾਈ ਨਿਤਾ ਪ੍ਰਤੀ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸਦੇ ਹੋ। ਜਥਾ ਪ੍ਰਸੰਗ ਕੱਲ ਦੀ ਬਾਣ ਵਿੱਚ ਆਪਾਂ ਸੁਣਿਆ ਹੈ। ਯੋਗ ਜਾਣ ਕਰਕੇ ਗੁਰਿਆਈ ਦਾ ਤਖਤ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਨੇ ਆਪਣੇ ਛੋਟੇ ਸਾਹਿਬਜ਼ਾਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਖਸ਼ ਦਿੱਤਾ। ਪ੍ਰਿਥੀ ਚੰਦ ਵੱਡੇ ਸਾਹਿਬਜ਼ਾਦੇ ਜਿਹੜੇ ਬੜੇ ਸਮੇਂ ਤੋਂ ਆਸ ਲਾਈ ਬੈਠੇ ਆ ਵੀ ਇਹ ਗੁਰਿਆਈ ਦਾ ਤਖਤ ਮੈਨੂੰ ਮਿਲੇਗਾ, ਜਦੋਂ ਇਹ ਆਸ ਪੂਰੀ ਨਾ ਹੋਈ ਹੰਕਾਰੀ ਹੋਣ ਕਰਕੇ ਮਨ ਵਿੱਚ ਬੜਾ ਕ੍ਰੋਧ ਆਇਆ। ਸੰਗਤ ਵਿੱਚ ਬੈਠੇ ਨਾ ਬੋਲੇ, ਪਰ ਜਦੋਂ ਉੱਠ ਕੇ ਗਏ ਫਿਰ ਪਹਿਲਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਸਤਿਪੁਰਖਾਂ ਨਾਲ ਝਗੜਾ ਕੀਤਾ। ਆਖਿਆ ਕਿ ਤੁਸਾਂ ਨੂੰ ਅਸੀਂ ਹੁਣ ਤੀਕਰ ਬੜੇ ਸਿਆਣੇ ਜਾਣੇ ਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਦਰਸ ਪੂਜਦੇ ਰਹੇ ਆ, ਪਰ ਇਹ ਭਾਈ ਬੁੱਢੇ ਹੁਣ ਜਾਣ ਲੈ ਵੀ ਸਾਡੇ ਮਨ ਵਿੱਚ ਤੇਰਾ ਥੋੜ੍ਹਾ ਵੀ ਸਤਿਕਾਰ ਨਹੀਂ ਹੈ, ਕਿਉਂਕਿ ਜਿਹੜੀ ਕਰਨੀ ਤੁਸਾਂ ਕੀਤੀ ਹੈ ਤਿਲਕ ਲਾ ਦਿੱਤਾ ਸਾਡੇ ਛੋਟੇ ਭਰਾਤਾ ਨੂੰ। ਤੁਸੀਂ ਤਾਂ ਸਿਆਣੇ ਸੀ, ਜੇ ਗੁਰੂ ਪਿਤਾ ਜੀ ਸਾਡੇ ਨਾਲ ਨਾਰਾਜ਼ ਸਨ ਕਿਸੇ ਗੱਲੋਂ, ਤੁਹਾਡਾ ਫਰਜ਼ ਇਹ ਬਣਦਾ ਸੀ ਉਹਨਾਂ ਨੂੰ ਮਨਾਉਂਦੇ ਤੇ ਦੱਸਦੇ ਵੀ ਇਹ ਗੁਰਿਆਈ ਦਾ ਹੱਕਦਾਰ ਪ੍ਰਿਥੀ ਚੰਦ ਬਣਦਾ ਹੈ, ਭਾਵ ਮੈਂ ਬਣਦਾ ਹਾਂ। ਪਰ ਨਹੀਂ, ਤੁਸੀਂ ਜਾਣ ਬੁੱਝ ਕੇ ਸੰਗਤ ਵਿੱਚ ਮੇਰਾ ਨਿਰਾਦਰ ਕੀਤਾ। ਜੇ ਹੁਣ ਕਰ ਹੀ ਦਿੱਤਾ, ਤਖਤ ਦੇ ਹੀ ਦਿੱਤਾ ਅਰਜਨ ਦੇਵ ਨੂੰ, ਫਿਰ ਹੁਣ ਇਹ ਵੀ ਸੁਣ ਲੈ ਮੇਰੀ ਗੱਲ ਕਿ ਹੁਣ ਮੈਂ ਮਸੰਦਾਂ ਨੂੰ ਨਾਲ ਲਾ ਕਰਕੇ ਮਾਇਆ ਦੀ ਤਾਕਤ ਵਰਤ ਕੇ ਤੇਰੀ ਕੀਤੀ ਉਲਟਾਵਾਂਗਾ। ਸੰਗਤ ਵਿੱਚ ਕੀ ਇੱਜ਼ਤ ਰਵੇਗੀ ਫਿਰ? ਵੀ ਬਾਬਾ ਬੁੱਢਾ ਜੀ ਨੇ ਤਾਂ ਐਂ ਆਖਿਆ ਸੀ, ਤਿਲਕ ਦਿੱਤਾ ਸੀ, ਤੇ ਗੁਰੂ ਤਾਂ ਹੁਣ ਪ੍ਰਿਥੀ ਚੰਦ ਬਣ ਗਿਆ, ਤੇਰੀ ਕੋਈ ਇੱਜ਼ਤ ਨਹੀਂ ਰਹਿਣ ਦੇਣੀ ਮੈਂ। ਬਾਬਾ ਬੁੱਢਾ ਸਾਹਿਬ ਜੀ ਹੁਣ ਸਮ ਅਵਸਥਾ ਬ੍ਰਹਮ ਗਿਆਨੀ ਹੈ, ਫਿਰ ਮਨ ਮੁੱਖ ਕਰਕੇ ਇੱਕੋ ਹੈ। ਆਖ ਦਿੱਤਾ ਵੀ ਪ੍ਰਿਥੀ ਚੰਦ, ਜੇ ਕਿਤੇ ਤੂੰ ਕਿਸੇ ਕਰਤੂਤ ਦਾ ਮਾਲਕ ਹੁੰਨੋ, ਗੁਰੂ ਪਿਤਾ ਦੀ ਕਿਤੇ ਕਹਿਣੇ 'ਚ ਹੁੰਦਾ, ਆਗਿਆ ਮੰਨਦਾ, ਤੇ ਮਹਾਰਾਜ ਤਾਂ ਗੁਣਾਂ ਨੂੰ ਵੇਖ ਕੇ ਖੁਸ਼ ਹੁੰਦੇ ਆ, ਤਖਤ ਤੈਨੂੰ ਮਿਲ ਜਾਂਦਾ। ਪਰ ਸੇਵਾ ਤੇਰੇ ਲਾਗੇ ਤਾਗੇ ਨਹੀਂ, ਹੰਕਾਰੀ ਹੈ, ਪੁੱਜ ਕੇ ਸੰਗਤ ਦਾ ਨਿਰਾਦਰ ਕਰਨ ਵਾਲਾ ਹੈ।
ਮਾਇਆ ਦਾ ਲੋਭੀ ਹੈ, ਇਸ ਲਈ ਤਖਤ ਮਹਾਰਾਜ ਗੁਰੂ ਰਾਮਦਾਸ ਜੀਆਂ ਤੈਨੂੰ ਨਹੀਂ ਦਿੱਤਾ। ਮੱਥੇ ਵੱਟ ਪਾ ਕੇ ਸੜਦਾ ਵਲਦਾ ਜਾ ਗੁਰੂ ਰਾਮਦਾਸ ਮਹਾਰਾਜ ਜੀ ਪਾਸ ਪਹੁੰਚਾ। ਉਥੇ ਜਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਝਗੜਾ ਕੀਤਾ ਕਿ ਹੇ ਪਿਤਾ ਜੀ, ਤੁਸਾਂ ਚੰਗੀ ਕੀਤੀ ਹੈ। ਵੱਡੇ ਦੀ ਵਸਤੂ ਕਦੀ ਕੋਈ ਛੋਟੇ ਨੂੰ ਦਿੰਦਾ। ਤੁਸੀਂ ਮੇਰੇ ਭਰਾ ਅਰਜਨ ਦੇਵ ਨੂੰ, ਜਿਹਨੇ ਕਦੇ ਡੱਕਾ ਭੰਨ ਕੇ ਦੂਰਾ ਨਹੀਂ ਕੀਤਾ, ਸੇਵਾ ਸਾਰੀ ਮੈਂ ਕਰਦਾ ਰਿਹਾ, ਤਖਤ ਤੁਸੀਂ ਅਰਜਨ ਦੇਵ ਨੂੰ ਦੇ ਦਿੱਤਾ। ਇਸ ਤਰ੍ਹਾਂ ਬਹੁਤ ਜਦੋਂ ਝਗੜਾ ਕੀਤਾ, ਮਾਤਾ ਭਾਨੀ ਜੀ ਵੀ ਲਾਗੇ ਖੜੇ ਸਮਝਾਉਂਦੇ ਆ ਕਿ ਪੁੱਤਰ ਕਿਉਂ ਪਿਤਾ ਨਾਲ ਝਗੜਾ ਕਰਦੇ ਹੋ? ਤੁਹਾਨੂੰ ਜੰਮਿਆ ਹੈ, ਤੁਹਾਨੂੰ ਪਾਲਿਆ, ਵੱਡੇ ਕੀਤਾ, ਤੁਹਾਨੂੰ ਲੱਜਾ ਹੋਣੀ ਚਾਹੀਦੀ ਪਿਤਾ ਦੇ ਨਾਲ ਝਗੜਾ ਕਰਦੇ। ਉਹ ਇਸੇ ਨੂੰ ਸ਼ਬਦ ਰੂਪ ਗੁਰੂ ਰਾਮਦਾਸ ਮਹਾਰਾਜ ਜੀਆਂ ਜਿਵੇਂ ਉਚਾਰਿਆ ਸੀ ਆਪਾਂ ਸੁਣਿਆ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗਰਤ ਪਾਪ। ਫਿਰ ਇਹ ਕਹਿੰਦਾ ਮੇਰੇ ਕੋਲ ਮਾਇਆ ਬਹੁਤ ਹੈ। ਤੋ ਮਾਤਾ ਜੀ ਕਹਿੰਦੇ ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸਹਿ ਨਾ ਆਪ। ਮਾਇਆ ਕਿਹਦੀ ਹੋਈ ਹੈ? ਅੱਜ ਤੇਰੇ ਕੋਲ ਹੈ, ਕੱਲ ਨੂੰ ਹੋਰ ਕੋਲ ਹੈ, ਪਿੱਛੋਂ ਪਛਤਾਵਾ ਰਹਿ ਜਾਣਾ ਇਕੱਲਾ। ਤੋ ਲਾਗੈ ਪਛਤਾਪ। ਤੋ ਇਸ ਤਰ੍ਹਾਂ ਦੇ ਸ਼ਬਦ ਉਚਾਰੇ। ਪਰ ਹੰਕਾਰੀ ਹੈ, ਹੰਕਾਰੀ ਨੂੰ ਸਿੱਖਿਆ ਉਹ ਸ਼ੋਭਦੀ ਨਹੀਂ, ਜਾਂ ਸਿੱਖਿਆ ਹੰਕਾਰੀ ਦੇ ਮਨ ਨੂੰ ਲੱਗਦੀ ਹੋਈ ਨਹੀਂ। ਫਿਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਫਿਰ ਭੈੜੇ ਬਚਨ ਬੋਲੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਫਿਰ ਇੱਕ ਸ਼ਬਦ ਦੀ ਬਖਸ਼ਿਸ਼ ਕੀਤੀ, ਸੂਹੀ ਰਾਗ ਅੰਦਰ ਤਿਨ ਅੰਤਰ ਹਰ ਆਰਾਧਿਆ, ਜਿਨ ਕਉ ਤੁਰ ਲਿਖਿਆ ਲਿਖਤ ਲਿਲਾਰਾ। ਕਿ ਤੂੰ ਪਿਰਥੀ ਚੰਦ ਕਹਿਣਾ ਵੀ ਅਰਜਨ ਦੇਵ ਨੂੰ ਤਖਤ ਕਿਉਂ ਦਿੱਤਾ ਹੈ, ਮੈਂ ਖੋਹ ਲਵਾਂਗਾ। ਤੇ ਜਾਣ ਲੈ ਵੀ ਇਹ ਤਖਤ ਤਾਂ ਜਿਹਦੇ ਮੱਥੇ ਲਿਖਿਆ ਹੋਇਆ ਤੁਰੋਂ ਦਰਗਾਹ ਹੋਈ ਉਹ ਪਰਮੇਸ਼ਰ ਦੇ ਭਗਤ ਹੋਏ ਹੈ ਅਰਜਨ ਦੇਵ। ਤੂੰ ਉਹਨਾਂ ਦੀ ਬਰਾਬਰੀ ਨਹੀਂ। ਤਿਨਕੇ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਪਿਆਰ ਕਰਤਾਰਾ। ਜਿਹਦਾ ਹਰੀ ਪ੍ਰਭੂ ਰੱਖਿਆ ਕਰਦਾ, ਸੰਗੀ ਪੱਖ ਕਰਦਾ, ਤੇਰੇ ਵਰਗਾ ਝੂਠਾ ਫਿਰ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ। ਪਿਰਥੀ ਚੰਦ ਨੇ ਫਿਰ ਦਬਕਾ ਮਾਰਿਆ ਵੀ ਪਿਤਾ ਜੀ, ਮੈਂ ਤੁਹਾਨੂੰ ਦੋ ਪਿਓ ਪੁੱਤਾਂ ਨੂੰ ਜਦੋਂ ਜੇਲ੍ਹ ਵਿੱਚ ਸੁਟਵਾਇਆ ਨਾ ਰਾਜੇ ਨਾਲ ਰਲ ਕੇ, ਫਿਰ ਤੁਹਾਨੂੰ ਪਤਾ ਲੱਗੇਗਾ, ਇਹ ਗੱਲਾਂ ਚੇਤੇ ਆਉਣਗੀਆਂ ਵੀ ਤਖਤ ਪਿਰਥੀ ਚੰਦ ਨੂੰ ਦੇਂਦੇ ਤੇ ਚੰਗਾ ਸੀ। ਮੁੱਕਦੀ ਗੱਲ ਵੀ ਪੂਰਾ ਹੀ ਵੈਰ ਧਾਰ ਲਿਆ ਵੀ ਹੁਣ ਮੈਂ ਇਹਨਾਂ ਨੂੰ ਸੌਖੇ ਰਹਿਣ ਨਹੀਂ ਦੇਣਾ, ਨਾ ਪਿਤਾ ਨੂੰ ਤੇ ਨਾ ਭਰਾ ਅਰਜੁਨ ਦੇਵ ਜੀ ਨੂੰ। ਇਸ ਤਰ੍ਹਾਂ ਦੀ ਵਿਚਾਰ ਇਹਨੇ ਮਨ ਵਿੱਚ ਬਣਾ ਲਈ ਹੈ। ਤੋ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਵਿਖਾਇਆ ਹੀ ਹੈ ਵੀ ਗੰਢਿਆਂ ਚੋਂ ਗੰਢੇਲ ਕਿਤੇ ਵੀ ਨਿਕਲ ਸਕਦਾ। ਭਾਵ ਕਿ ਕੋਈ ਜਿੱਡਾ ਮਰਜ਼ੀ ਇਹ ਮਹਾਰਾਜ ਨੇ ਪੂਰਨ ਹੀ ਪਾਏ ਹੈ ਵੀ ਦੁੱਖ ਜਿਹੜਾ ਕਿਸੇ ਵੀ ਰੂਪ ਵਿੱਚ ਪੈਦਾ ਹੋ ਸਕਦਾ, ਧੀ ਦੇ ਰੂਪ ਵਿੱਚ ਵੀ ਹੋ ਸਕਦਾ, ਦੁੱਖ ਪੁੱਤਰ ਦੇ ਰੂਪ ਵਿੱਚ ਵੀ ਮਿਲ ਸਕਦਾ ਹੈ, ਭੈਣ ਭਰਾ ਦੇ ਰੂਪ ਵਿੱਚ ਵੀ ਮਿਲ ਸਕਦਾ ਹੈ। ਵੀ ਉਹ ਲੇਖਾ ਹੈ ਜਿਹੜਾ ਉਹ ਕਈ ਵਾਰੀ ਆਪ ਉਹ ਲੈਣ ਵਾਸਤੇ ਜਾਂ ਦਬਾਉਣ ਵਾਸਤੇ ਪਰਮੇਸ਼ਰ ਫਿਰ ਇਹੋ ਜਿਹਾ ਕਾਰਜ ਕਰ ਦਿੰਦਾ ਵੀ ਚਾਹੇ ਉਹ ਹੁਣ ਪਿਰਥੀ ਚੰਦ ਦਾ ਕਿੱਡਾ ਖੋਟਾ ਭਾਗ ਹੀ ਆ, ਕੋਈ ਕਰਮ ਹੀ ਮਾੜਾ ਕੀਤਾ ਹੋਇਆ ਵੀ ਗੁਰੂ ਰਾਮਦਾਸ ਮਹਾਰਾਜ ਦਾ ਸਾਹਿਬਜ਼ਾਦਾ ਹੋ ਕਰਕੇ ਇੰਨੀ ਈਰਖਾ ਅੱਗ ਬਾਲ ਰਿਹਾ ਘਰ ਵਿੱਚ। ਤੋ ਇਹ ਮਹਾਰਾਜ ਨੇ ਫਿਰ ਇੱਕ ਵਿਧੀ ਦੇ ਨਾਲ ਸਾਨੂੰ ਸਾਰਿਆਂ ਨੂੰ ਦਰਸਾਇਆ ਹੀ ਹੈ ਕਿ ਉਹ ਜਦੋਂ ਪ੍ਰਭੂ ਪਰਮੇਸ਼ਰ ਕਰਮਾਂ ਦਾ ਨਿਬੇੜਾ ਕਿਸੇ ਵਿਧੀ ਨਾਲ ਸੱਚੇ ਪਾਤਸ਼ਾਹ ਕਰ ਹੀ ਦਿੰਦਾ। ਤੋ ਪਿਰਥੀ ਚੰਦ ਦੀ ਐਸੀ ਹਾਲਤ ਜਿਹੜੀ ਹੈ, ਬਹੁਤ ਕ੍ਰੋਧਵਾਨ ਹੈ, ਗੁੱਸੇ ਹੋ ਰਹੇ ਹੈ। ਇੱਕ ਸਾਰਾ ਪ੍ਰਸੰਗ ਆਪਾਂ ਪਿੱਛੇ ਸੁਣਿਆ ਹੈ। ਮਹਾਰਾਜ ਨੇ ਬਹੁਤ ਸਮਝਾਇਆ ਕਿ ਪੁੱਤਰ ਹੁਣ ਕੁਝ ਹੱਥ ਨਹੀਂ ਆਉਣਾ, ਝਗੜਾ ਕਰਿਆ ਤੇਰੀ ਨਿੰਦਿਆ ਕਰੂਗਾ ਸਾਰਾ ਸੰਸਾਰ, ਪਰ ਨਹੀਂ ਮੰਨਿਆ। ਇਹ ਪ੍ਰਸੰਗ ਜਿਵੇਂ ਸੁਣਿਆ ਅੱਗੇ, ਫਿਰ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ, ਮਾਤਾ ਭਾਨੀ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ, ਇਹ ਕੁਝ ਸਿੱਖਾਂ ਨੂੰ ਲੈ ਕੇ ਫਿਰ ਜਦੋਂ ਕਲੇਸ਼ ਸਾਰੀ ਰਾਤ ਹੀ ਇਹਨੇ ਪਿਰਥੀ ਚੰਦ ਨੇ ਪਾ ਛੱਡਿਆ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਗੋਇੰਦਵਾਲ ਸਾਹਿਬ ਚਲੇ ਗਏ ਸਨ। ਉਹ ਸਾਰਾ ਪ੍ਰਸੰਗ ਜਿਵੇਂ ਅੱਗੇ ਆਉਂਦਾ ਹੈ ਆਪਾਂ ਸੁਣੀਏ ਜੀ। ਚਿਤ ਬਿਰਤੀ ਇਕਾਗਰ ਕਰੋ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਪ੍ਰੀਤਮ ਪਾਤਸ਼ਾਹ ਨੂੰ ਹਿਰਦੇ ਵਸਾਓ। ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨਤ ਪਿਤਾ ਕੇ ਬਚਨ ਕੋ। ਤੋ ਜਦੋਂ ਸਤਿਗੁਰੂ ਰਾਮਦਾਸ ਮਹਾਰਾਜ ਜੀਆਂ ਪ੍ਰਿਥੀ ਚੰਦ ਨੂੰ ਸਮਝਾਇਆ, ਪੁੱਤਰ ਨਾਮ ਜਪ, ਤੇਰੇ ਮਨ ਨੂੰ ਸ਼ਾਂਤੀ ਆਵੇ। ਇਸ ਤਰ੍ਹਾਂ ਮਹਾਰਾਜ ਦੀ ਸਿੱਖਿਆ ਸ਼ਬਦ ਤੇ ਮਹਾਰਾਜ ਦਾ ਉਪਦੇਸ਼ ਪ੍ਰਿਥੀ ਚੰਦ ਸੁਣਦਾ ਹੈ। ਪ੍ਰਿਥਿਆ ਅਤ ਹੰਕਾਰ। ਤੇ ਪੱਥਰ ਨੂੰ ਜਿਵੇਂ ਪਾਣੀ ਨਹੀਂ ਨਾ ਭਿਉਂ ਸਕਦਾ, ਪ੍ਰਿਥੀ ਚੰਦ ਦਾ ਹਿਰਦਾ ਹੰਕਾਰ ਕਰਕੇ ਪੱਥਰ ਬਣਿਆ ਹੋਇਆ, ਜਾਂ ਬਾਂਸ ਵਡਾਈ ਬੂਡਿਆ, ਇਹ ਵਾਸ ਵਾਂਗੂ ਵਡਿਆਈ 'ਚ ਹੀ ਮਰਿਆ ਹੋਇਆ। ਬਹੁਤੇ ਹੰਕਾਰ ਦੇ ਸਹਿਤ ਇਹ ਪ੍ਰਿਥੀ ਚੰਦ ਹੈ। ਮਹਾ ਕ੍ਰੋਧ ਕੋ ਧਾਰਕੈ। ਤੇ ਮਹਾਰਾਜ ਤੋਂ ਬਚਨ ਸੁਣ ਕੇ ਚਾਹੀਦਾ ਤੇ ਸੀ ਵੀ ਮਹਾਰਾਜ ਦੀ ਆਗਿਆ ਮੰਨਦਾ, ਵੀ ਮਹਾਰਾਜ ਮੇਰੇ ਭਲੇ ਦਾ ਉਪਦੇਸ਼ ਦੇ ਰਹੇ ਗੁਰਬਾਣੀ ਦੁਆਰਾ। ਪਰ ਉਲਟਾ ਜਿਵੇਂ ਉਹ ਜਿਹੜਾ ਗਧਾ ਹੁੰਦਾ ਉਹ ਖੂਹ ਨੂੰ ਸੁੱਟਣਾ ਹੋਵੇ, ਜਾਂ ਉਹ ਐਸੀ ਕਿਰਿਆ ਹੁੰਦੀ ਆ ਵੀ ਕੋਈ, ਜਾਂ ਜਾਨਵਰ ਜਿਵੇਂ ਆ ਵਛੜੇ ਜਿਹੇ ਹੁੰਦੇ, ਉਹ ਖਿੱਚੋ ਅੱਗੇ ਨੂੰ ਜਾਂਦੇ ਪਛਾਣ ਨੂੰ ਹੈ। ਤੇ ਇਹ ਹੰਕਾਰਿਆ ਹੋਇਆ ਹੈ ਬਹੁਤੇ ਕ੍ਰੋਧ ਦੇ ਸਹਿਤ। ਮਨ ਵਿੱਚ ਬੜਾ ਜਦੋਂ ਕ੍ਰੋਧ ਆਇਆ, ਮਹਾਰਾਜ ਨੇ ਜਦੋਂ ਆਖਿਆ ਨਾ ਨਾਮ ਜਪ, ਹੁਣ ਕੋਈ ਫਾਇਦਾ ਨਹੀਂ ਝਗੜਾ ਕਰਨ ਦਾ, ਤੇ ਮਨ ਵਿੱਚ ਬੜਾ ਕ੍ਰੋਧ ਜਿਹਾ ਧਾਰਿਆ ਹੈ। ਸਨਮੁਖ ਕੀਨ ਉਚਾਰ। ਤੇ ਮਹਾਰਾਜ ਦੇ ਅੱਗੋਂ ਫਿਰ ਇਸ ਤਰ੍ਹਾਂ ਬੋਲਣ ਲੱਗਿਆ, ਚਉਪਈ ਸੇਵਾ ਭਲੀ ਕਰਤੋ ਪਰਖਨ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ, ਚੰਗੀ ਸੇਵਾ ਦੀ ਪਰਖ ਤੁਸਾਂ ਨੇ ਕੀਤੀ ਹੈ, ਵੀ ਬੜੇ ਪਾਰਖ ਹੋ ਤੁਸੀਂ, ਬੜੇ ਸੇਵਕਾਂ ਦੀ ਪਰਖ ਕਰਦੇ ਹੋ, ਸੇਵਾ ਦੀ ਬੜੀ ਪਰਖ ਜਾਣਦੇ ਹੋ। ਬੈਠਿਓ ਲਵਪੁਰ ਮਹਿ ਦਵਾਇ ਬਰਖਨ। ਵੀ ਉਹਨੂੰ ਤਖਤ ਦੇ ਦਿੱਤਾ, ਆਖੇ ਜੀ ਆਖੇ ਅਰਜੁਨ ਦੇਵ ਜੀ ਦੀ ਸੇਵਾ ਬੜੀ ਹੈ। ਉਹਦੀ ਕੀ ਸੇਵਾ ਹੈ? 3 ਵਰ੍ਹੇ ਤਾਂ ਉਹ ਲਾਹੌਰ ਵਿੱਚ ਬੈਠੇ ਰਹੇ ਵਿਹਲੇ ਹੀ। ਤੁਮਰੀ ਸੁਧ ਅਰ ਨਹੀਂ ਸਦਨ ਕੀ। ਤੇ ਉਹਨਾਂ ਕਦੇ ਖਬਰ ਵੀ ਨਾ ਲਈ, ਨਾ ਤੁਹਾਡਾ ਹਾਲ ਪੁੱਛਿਆ ਕਦੇ, ਤੇ ਨਾ ਹੀ ਕਦੇ ਘਰ ਦਾ ਹਾਲ ਪੁੱਛਿਆ ਸੀ। ਆਵਤ ਜਾਤ ਨਹੀਂ ਸੁਧ ਧਨ ਕੀ। ਤੇ ਨਾ ਹੀ ਉਹਨਾਂ ਨੂੰ ਧਨ ਆਉਂਦੇ ਜਾਂਦੇ ਦੀ ਕੋਈ ਖਬਰ ਹੈ। ਸਿੱਧਾ ਸੁਭਾਅ ਉਹਨਾਂ ਦਾ, ਉਹ ਤਾਂ ਜਾਣਦੇ ਹੀ ਨਹੀਂ ਵੀ ਕਾਰ ਵਿਹਾਰ ਜਿਹੜੇ ਧਨ ਦੇ ਕਿਵੇਂ ਚੱਲਦੇ ਹਨ। ਬੈਠਿਓ ਰਹਿਓ ਨਿਚਿੰਤ ਸੁਖਾਰੋ। ਵੀ ਇੱਥੇ ਅੰਮ੍ਰਿਤਸਰ ਦਾ ਸੇਵਾ ਕਿਵੇਂ ਚੱਲਦੀ ਹੈ, ਉਹ ਤੁਹਾਡੇ ਅਰਜੁਨ ਦੇਵ ਨੂੰ ਕੀ ਪਤਾ। ਉਹ ਤਾਂ ਵਿਹਲੇ ਹੀ ਉੱਥੇ ਲਾਹੌਰ ਵਿੱਚ 3 ਵਰ੍ਹੇ ਚਿੰਤਾ ਤੋਂ ਰਹਿਤ ਹੋ ਕਰਕੇ ਆਨੰਦ ਨਾਲ ਬੈਠੇ ਵਿਹਲੇ ਰਹੇ ਆ। ਕੌਣ ਕਾਜ ਤਹ ਰਹਿਤ ਸੁਵਾਰੋ। ਤੇ ਦੱਸੋ ਵੀ ਲਾਹੌਰ ਰਹਿ ਕੇ ਤੁਹਾਡੇ ਅਰਜਨ ਦੇ ਪੁੱਤਰ ਨੂੰ ਜਿਹਨੂੰ ਤਖਤ ਦਿੱਤਾ, ਜੋ ਉਹਨਾਂ ਕੀ ਕੰਮ ਸਵਾਰਿਆ, ਕੀ ਤੁਹਾਡਾ ਉੱਥੇ ਕੰਮ ਸਵਾਰਿਆ? ਵਿਹਲੇ ਹੀ ਰਹੇ ਆ ਨਾ 3 ਵਰ੍ਹੇ। ਤੁਸੀਂ ਕਹਿੰਦੇ ਹੋ ਸੇਵਾ ਬੜੀ ਉਹਨਾਂ ਦੀ, ਉਹ ਤਖਤ ਬਹਿਣ ਦੇ ਲਾਇਕ ਹੈ, ਤੇ ਲਾਹੌਰ ਵਿੱਚ ਵਿਹਲੇ ਹੀ ਰਹੇ ਆ, ਕੀ ਉਹਨਾਂ ਕੰਮ ਸਵਾਰਿਆ ਹੈ? ਮੈਂ ਸਗਰੇ ਘਰ ਕੀ ਵੱਡ ਕਾਰ। ਤੇ ਮੈਨੂੰ ਤੁਸਾਂ ਨੇ ਤਖਤ ਨਹੀਂ ਦਿੱਤਾ ਵੀ ਪ੍ਰਿਥੀ ਚੰਦ ਤੂੰ ਸੇਵਾ ਨਹੀਂ ਕਰਨ ਜੋਗਾ, ਸੇਵਾ ਕਰਦਾ ਨਹੀਂ, ਹੰਕਾਰੀ ਹੈ। ਇੱਕ ਪਾਸਿਓਂ ਵਿਹਲੇ ਅਰਜਨ ਦੇਵ ਹੈ ਜਿਨ੍ਹਾਂ ਨੂੰ ਤਖਤ ਦੇ ਦਿੱਤਾ, ਗੁਰਤਾ ਦਾ ਗੁਰਿਆਈ ਦੇ ਦਿੱਤੀ। ਇੱਧਰ ਮੈਂ ਸਾਰੇ ਘਰ ਦੇ ਵੱਡੇ ਵੱਡੇ ਕੰਮ ਕਰਨ ਵਾਲਾ ਹਾਂ। ਸੰਗਤ ਆਵ ਨ ਜਾਣ ਹਜ਼ਾਰ। ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਪਾਸ ਇੱਥੇ ਅੰਮ੍ਰਿਤਸਰ ਸਾਹਿਬ ਸੰਗਤ ਆਉਂਦੀ ਹੈ, ਜਾਂਦੀ ਹੈ। ਕਿਸ ਕੋ ਦੇਨ ਕਿਸੂ ਤੇ ਲੈਣਾ। ਕਿਸੇ ਨੂੰ ਦੇਣਾ ਕੁਝ, ਕਿਸੇ ਨੂੰ ਕੁਝ ਲੈਣਾ, ਸੰਗਤ ਦੇ ਰਹਿਣ ਦਾ ਪ੍ਰਬੰਧ ਕਰਨਾ, ਕੋਈ ਮਾਇਆ, ਕੋਈ ਰਸਤਾਂ ਦੇਣੀਆਂ, ਲਾਂਗਰੀ ਸਾਂਭਣੇ, ਕਿੰਨਾ ਵੱਡਾ ਕੰਮ ਹੈ। ਰਾਖਣ ਸਭ ਕੋ ਸਦਾ ਸੁਖੈਨਾ। ਤੇ ਸਾਰੀ ਸੰਗਤ ਨੂੰ ਸੌਖਾ ਰੱਖਣਾ। ਫਿਰ ਸਰਾਵਾਂ ਵਿੱਚ ਬਿਸਤਰੇ ਹੈ ਆ, ਕੀ ਵਸਤੂ ਚਾਹੀਦੀ ਹੈ? ਸਾਰੀ ਸੰਗਤ ਨੂੰ ਸੌਖਾ ਜਿਹੜਾ ਰੱਖਣਾ ਸੀ। ਨਿਤ ਪ੍ਰਤ ਕਰਤ ਰਹਿਓ ਮੈਂ ਆਛੇ। ਇਹ ਮਹਾਰਾਜ ਐਡੀ ਵੱਡੀ ਪਿਤਾ ਜੀ ਸੇਵਾ ਮੈਂ ਕੀਤੀ ਹੈ, ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਰੱਖਿਆ, ਸੌਖੇ ਰੱਖਿਆ, ਲੈਣ ਦੇਣ ਸਾਰਾ ਮੈਂ ਕਰਦਾ ਰਿਹਾ, ਤੇ ਲੰਗਰ ਮੈਂ ਹੁਣ ਤੀਕਰ ਚਲਾਇਆ ਹੈ। ਸਭ ਪ੍ਰਸੰਨ ਹੋਏ ਮੁਝ ਤੇ ਗਾਛੇ। ਤੇ ਤੁਹਾਨੂੰ ਪਤਾ ਨਹੀਂ ਕੀ ਹੋਇਆ, ਸਾਰੀ ਸੰਗਤ ਮੇਥੋਂ ਬੜੀ ਖੁਸ਼ ਹੈ। ਵੀ ਸਾਰੇ ਕਹਿੰਦੇ ਵੀ ਪ੍ਰਿਥੀ ਚੰਦ ਤੇਰੀ ਸੇਵਾ ਵੱਡੀ ਆਖੇ। ਸਾਰੀ ਸੰਗਤ ਮੇਥੋਂ ਬਹੁਤ ਖੁਸ਼ ਹੋ ਰਹੀ ਹੈ। ਅਖਿਲ ਮਸੰਦਨ ਤੇ ਸਭ ਕਾਰ। ਤੇ ਜਿੰਨੇ ਮਸੰਦ ਹੈ
ਉਹ ਕਾਰ ਭੇਟਾ ਲੈ ਕੇ ਆਉਣ ਵਾਲੇ, ਦਸਵੰਧ ਲੈ ਕੇ ਆਉਣ ਵਾਲੇ, ਪਿੰਡਾਂ ਚੋਂ ਗਰਾਹੀ ਕਰਕੇ ਜਿੰਨੇ ਮਸੰਦ ਸਨ ਉਹਨਾਂ ਦਾ ਸਾਰਾ ਜੋ ਕੰਮਕਾਜ ਹੈ ਰਹਿਓ ਸੰਭਾਰਤ ਸਰਬ ਪ੍ਰਕਾਰ। ਮੈਂ ਸਾਰੇ ਤਰ੍ਹਾਂ ਉਹ ਕੰਮ ਜਿਹੜਾ ਕਾਰ ਸੇਵਾ ਸਭ ਸੰਭੀ ਹੋਈ ਹੈ। ਦੇਗ ਕਰਨ ਕੀ ਕਾਰ ਚਲਾਈ। ਤੇ ਲੰਗਰ ਮੈਂ ਚਲਾ ਰਿਹਾ ਹੁਣ ਇਹ ਭਰਮ ਹੈ ਨਾ ਵੀ ਮੈਂ ਕਰਦਾ, ਬਸ ਇਹੀ ਗੱਲ ਹੈ, ਇਸੇ ਗੱਲੋਂ ਹੀ ਵਾਂਝਾ ਰਿਹਾ। ਕਹਿੰਦਾ ਪਿਤਾ ਜੀ ਲੰਗਰ ਵੇਖੋ ਮੈਂ ਕਿੱਡਾ ਵੱਡਾ ਇੱਥੇ ਲੰਗਰ ਲਾਇਆ ਹੋਇਆ ਹੈ। ਇਤਿਆਦਿਕ ਮੈਂ ਸੇਵ ਕਮਾਈ। ਇਸ ਤੋਂ ਬਿਨਾਂ ਹੋਰ ਵੀ ਬੜੀ ਵੱਡੀਆਂ ਮੈਂ ਸੇਵਾ ਕੀਤੀਆਂ ਹਨ, ਕਰ ਰਿਹਾ ਹਾਂ। ਤੁਮ ਤੇ ਆਦ ਸਰਬ ਪਰਵਾਰੇ। ਤੁਹਾਡੇ ਤੋਂ ਲੈ ਕੇ ਮਹਾਦੇਵ, ਮਾਤਾ ਭਾਨੀ ਜੀ, ਅਰਜਨ ਦੇਵ, ਜਿੰਨਾ ਸਾਰਾ ਪਰਿਵਾਰ ਹੈ ਕਾਰ ਕਿਨਹਾ ਨਹਿ ਕੋਈ ਸੰਭਾਰੇ। ਸਾਰੇ ਵਿਹਲੇ ਹੀ ਜੇ, ਡੱਕਾ ਭੰਨ ਕੇ ਤੁਸੀਂ ਦੂਰਾ ਨਹੀਂ ਕਰਦੇ, ਨਾ ਤੁਸੀਂ, ਨਾ ਅਰਜਨ ਦੇਵ, ਨਾ ਮਾਤਾ ਭਾਨੀ ਜੀ। ਮਹਾਦੇਵ ਨੇ ਤਾਂ ਕਰਨਾ ਹੀ ਕੀ ਹੈ। ਇਸ ਤਰ੍ਹਾਂ ਇਹ ਪਿਤਾ ਜੀ ਨੂੰ ਕਹਿੰਦਾ ਵੀ ਸਾਰਾ ਕੰਮ ਤਾਂ ਮੈਂ ਕਰਦਾ, ਤੁਹਾਡੇ ਸਾਰਾ ਟੱਬਰ ਹੀ ਪਰਿਵਾਰ ਹੀ ਤੁਸੀਂ ਵਿਹਲੇ ਰਹਿੰਦੇ ਹੋ, ਕੋਈ ਕੰਮ ਨਹੀਂ ਸੰਭਾਲਿਆ ਹੈ। ਸੋਧ ਪੀ ਕਬਹ ਨ ਲੀਨ ਸਕੋਈ। ਤੇ ਤੁਸੀਂ ਕੋਈ ਖਬਰ ਵੀ ਨਹੀਂ ਲਈ ਵੀ ਇੱਥੇ ਪ੍ਰਬੰਧ ਕਿਵੇਂ ਚੱਲਦਾ ਹੈ, ਕੋਈ ਖਬਰਸਾਰ ਲੈਣ ਵਾਲੇ ਨਹੀਂ ਹੋ। ਮੋਹ ਤੇ ਹੋਤ ਸਰਬ ਬਿਦ ਸੋਈ। ਤੇ ਮੈਥੋਂ ਜਿੰਨੀ ਵੀ ਸੇਵਾ ਹੁਣ ਤੀਕਰ ਹੋਈ ਮੈਂ ਕਰਦਾ ਰਿਹਾ ਹਾਂ। ਇਮ ਕਹਿ ਕਟਕ ਬਾਕ ਬੁਨ ਪਾਪੋ ਨ ਭਾਖੇ। ਤੇ ਇਸ ਤਰ੍ਹਾਂ ਬੋਲਦਾ ਹੋਇਆ ਤੇ ਹੋਰ ਗੁੱਸੇ 'ਚ ਆ ਗਿਆ ਤੇ ਹੋਰ ਵੀ ਮਹਾਰਾਜ ਨੂੰ ਮੰਦੇ ਬੋਲ ਰਿਹਾ ਹੈ। ਜਿਨ ਮਹਿ ਬਚਨ ਅਨਾਦਰ ਰਾਖੇ। ਤੇ ਬੋਲਿਆ ਕੀ ਇਹੋ ਜੀਆਂ ਗੱਲਾਂ ਮਹਾਰਾਜ ਨੂੰ ਬੋਲਿਆ ਵੀ ਜਿਹਦੇ ਵਿੱਚ ਮਹਾਰਾਜ ਦਾ ਨਰਾਦਰ ਭਾਵ ਸਤਿਗੁਰੂ ਰਾਮਦਾਸ ਮਹਾਰਾਜ ਦੀ ਬੇਅਦਬੀ ਕਰਦਾ ਹੈ, ਬਚਨਾਂ ਦੇ ਵਿੱਚ ਮਹਾਰਾਜ ਦੀ ਬੇਇੱਜ਼ਤੀ ਕਰਦਾ ਹੈ। ਲਿਖੇ ਨਾ ਜਾਏ ਮੋਹਿ ਤੇ ਸੋਏ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਇੰਨਾ ਨਿਰਾਦਰ ਗੁਰੂ ਰਾਮਦਾਸ ਮਹਾਰਾਜ ਦਾ ਕੀਤਾ ਉਹ ਮੈਥੋਂ ਲਿਖੇ ਨਹੀਂ ਜਾਂਦੇ, ਵੀ ਇੱਥੇ ਕਿਵੇਂ ਲਿਖੀਏ। ਮੇਰੀ ਕਲਮ, ਮੇਰੀ ਜ਼ੁਬਾਨ ਇਜਾਜ਼ਤ ਨਹੀਂ ਦਿੰਦੀ ਵੀ ਮੈਂ ਉਹ ਬਚਨ ਲਿਖਾਂ, ਬੋਲਾਂ ਜਿਹੜੇ ਪਾਪੀ ਪਿਰਥੀ ਚੰਦ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਬੋਲੇ ਆ। ਮਹਾ ਕਠੋਰ ਅਨੁਚਿਤੈ ਜੋਏ। ਆ ਜਿਹੜੇ ਭੈੜੇ ਬੜੇ ਕਠੋਰ ਦਿਲ ਦਿਖਾਉਣ ਵਾਲੇ ਬਚਨ ਹਨ, ਅਨਉਚਿਤ ਹਨ, ਯੋਗ ਨਹੀਂ, ਪਿਤਾ ਨੂੰ ਕੋਈ ਨਹੀਂ ਬੋਲਦਾ ਜੋ। ਛਿਮਾ ਨਿਧਾਨ ਬਿਰਦ ਰਖ ਆਪਨ। ਪਰ ਇਧਰ ਧੰਨ ਗੁਰੂ ਰਾਮਦਾਸ ਜੀ ਖਿਮਾ ਦੇ ਖਜ਼ਾਨੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਜਿਵੇਂ ਬਖਸ਼ਣ ਦਾ ਧਰਮ ਹੈ ਨਾ ਆਪਦਾ, ਉਹ ਸੁਭਾਅ ਸੰਭੀ ਰੱਖਿਆ ਹੈ। ਰਿਸ਼ਤੇ ਕਰਿਓ ਨ ਸੁਤ ਕੋ ਸਰਾਪਨ। ਸਤਿਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਉਹ ਜਦੋਂ ਇਹ ਭੈੜੇ ਬੋਲ ਗਾਲਮੰਦਾ ਵੀ ਕੱਢਦਾ ਪਿਰਥੀ ਚੰਦ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਕੋਈ ਬੋਲ ਕਬੋਲ ਨਹੀਂ ਅੱਗੋਂ ਕੀਤਾ, ਨਾ ਮਹਾਰਾਜ ਜੀਆਂ ਸਰਾਫ ਕੋਈ ਆਦਿਕ ਸਤਿਗੁਰਾਂ ਕੋਈ ਵੱਡਾ ਬਚਨ ਨਾ ਕੀਤਾ। ਕਹਿਤ ਭਏ ਉਠ ਥਿਰਹ ਨ ਆਗੋ। ਤੇ ਇਹਨਾਂ ਮਹਾਰਾਜ ਨੇ ਕਹਿ ਦਿੱਤਾ ਸੱਚੇ ਪਾਤਸ਼ਾਹ ਜੀਆਂ ਨੇ, ਮਹਾਰਾਜ ਕਹਿੰਦੇ ਪਿਰਥੀ ਚੰਦ ਹੁਣ ਇੱਥੋਂ ਉੱਠ ਕੇ ਚਲਾ ਜਾ, ਤੂੰ ਬਹੁਤ ਬੋਲ ਲਿਆ ਪੁੱਤਰ, ਹੁਣ ਇੱਥੋਂ ਉੱਠ ਕੇ ਚਲਾ ਜਾ, ਸਾਡੇ ਸਾਹਮਣੇ ਨਾ ਬੈਠਾ ਰਹੇ ਹੁਣ। ਅਬ ਤੇ ਨਹਿ ਹਮਰੇ ਮੁਖ ਲਾਗੋ। ਤੇ ਜਾ ਹੁਣ ਅੱਜ ਤੋਂ ਬਾਅਦ ਸਾਡੇ ਮੱਥੇ ਵੀ ਨਾ ਲੱਗੀ, ਅੱਜ ਤੋਂ ਬਾਅਦ ਤੂੰ ਸਾਡੇ ਮੱਥੇ ਨਾ ਲੱਗੀ, ਸਾਹਮਣੇ ਨਾ ਕਦੇ ਆ ਜਾਈ। ਵੱਡ ਦੁਰਭਾਗ ਲਾਲਸਾ ਧਨ ਕੀ। ਕਿਉਂਕਿ ਤੂੰ ਬੜੇ ਮਾੜੇ ਭਾਗਾਂ ਵਾਲਾ ਹੈ, ਤੇਰੇ ਮਨ ਵਿੱਚ ਇੱਕੋ ਇੱਕ ਧਨ ਦਾ ਹੀ ਬਸ ਹੰਕਾਰ ਹੈ ਤੇ ਪੈਸੇ ਦਾ ਲੋਭ ਲੱਗਿਆ ਰਹਿੰਦਾ ਹੈ। ਦੁਰਮਤ ਵੇਖੈ ਬ੍ਰਿਤ ਆਤਮਨ ਕੀ। ਤੇਰੀ ਮਨ ਦੀ ਜਿਹੜੀ ਬਿਰਤੀ ਹੈ, ਹਾਲਤ ਹੈ, ਉਹ ਪੈੜੀ ਮਤ ਭਾਵ ਤੂੰ ਪੱਕੀ ਧਾਰੀ ਹੋਈ ਆ ਵੀ ਤੂੰ ਚੰਗਾ ਕੰਮ ਕਰਨਾ ਹੀ ਕੋਈ ਨਹੀਂ ਪੁੱਤਰ, ਤੂੰ ਮਨ ਵਿੱਚ ਠਾਣਿਆ ਹੀ ਹੋਇਆ ਵੀ ਤੂੰ ਪਾਪ ਹੀ ਕਰੇਂਗਾ, ਕੋਈ ਚੰਗਾ ਕੰਮ ਨਹੀਂ ਕਰਨਾ, ਮਾਣੀ ਤੇਰਾ ਐਸ ਪਾਸੇ ਰੁੱਝ ਗਿਆ ਹੈ। ਸੁਣ ਪ੍ਰਥੀਆ ਕਹੈ ਜੇ ਮੁਝ ਤਿਆਗੋ। ਤੇ ਪਿਰਥੀ ਚੰਦ ਫਿਰ ਅੱਗੋਂ ਹੋਰ ਭੜਕਿਆ, ਫਿਰ ਬੋਲਣ ਲੱਗਿਆ ਗੁੱਸੇ ਨਾਲ ਕਿ ਹਾਂ ਪਿਤਾ ਜੀ ਲਓ, ਜੇ ਤੁਸੀਂ ਮੈਨੂੰ ਛੱਡਣਾ ਹੀ ਹੈ ਨਾ, ਜੇ ਕਹਿੰਦੇ ਹੋ ਵੀ ਮੇਰੇ ਮੱਥੇ ਨਾ ਲੱਗੇ, ਜੇ ਮੈਨੂੰ ਤੁਸੀਂ ਮੱਥੇ ਲਾਉਣੋਂ ਰਹਿਣ ਦਿਓ, ਭਾਵ ਮੈਨੂੰ ਮੱਥੇ ਲਾਉਣ ਤੋਂ ਗਰੇਜ ਕਰ ਦਿਓ, ਮੈਨੂੰ ਛੱਡ ਰਹੇ ਹੋ। ਤੁਮ ਪੀ ਨਹਿ ਕਬਹੂ ਮੁਖ ਲਾਗੋ। ਤੇ ਜਾਓ ਫਿਰ, ਮੈਂ ਨਹੀਂ ਤੁਹਾਡੇ ਮੱਥੇ ਲੱਗਦਾ, ਤੁਸੀਂ ਮੇਰੇ ਮੱਥੇ ਨਾ ਲੱਗਿਆ ਜੇ। ਤੁਸੀਂ ਮੈਨੂੰ ਕੀ ਆਖਣਾ ਹੈ, ਤੁਸੀਂ ਮੈਨੂੰ ਕਹਿੰਦੇ ਹੋ ਵੀ ਮੈਂ ਤੁਹਾਡੇ ਮੱਥੇ ਨਾ ਲੱਗਾ, ਪਿਤਾ ਜੀ ਇਹ ਤਾਂ ਮੈਂ ਤੁਹਾਨੂੰ ਕਹਿਣਾ ਵੀ ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗਿਆ ਜੇ। ਦੋਹਰਾ ਮੈਂ ਤਿਆਗਨ ਤੁਮਰੋ ਕਰਿਓ। ਆ ਤੁਸੀਂ ਮੇਰਾ ਤਿਆਗ ਕੀ ਕਰਨਾ, ਮੈਨੂੰ ਕੀ ਛੱਡਣਾ, ਲਾ ਜਾਓ, ਅੱਜ ਤੋਂ ਮੈਂ ਤੁਹਾਨੂੰ ਛੱਡਿਆ, ਮੈਂ ਤੁਹਾਡੇ ਮੱਥੇ ਨਹੀਂ ਲੱਗਦਾ, ਤੁਸੀਂ ਮੇਰੇ ਮੱਥੇ ਨਾ ਲੱਗਣਾ। ਤੁਮਨੇ ਤਿਆਗਿਆ ਮੋਹੇ। ਤੁਸੀਂ ਮੇਰਾ ਤਿਆਗ ਕਰਦੇ ਹੋ, ਜਾਓ, ਮੈਂ ਤੁਹਾਡਾ ਤਿਆਗ ਕੀਤਾ ਹੈ। ਪਲਟੋ ਮੈਂ ਜਬ ਲੈ ਹਾਂ ਇੱਕ ਜਾਣ ਲਓ ਗੱਲ,
ਵੀ ਜਿਹੜੀ ਗੁਰਿਆਈ ਤੁਸੀਂ ਅਰਜੁਨ ਦੇਵ ਨੂੰ ਦੇ ਦਿੱਤੀ ਹੈ ਨਾ, ਜਦੋਂ ਇਹਦਾ ਪਲਟਾ ਮਾਰਾਂਗਾ, ਭਾਵ ਉਹਨੂੰ ਗੱਦੀ ਤੋਂ ਗੁਰਿਆਈ ਤੋਂ ਉਤਾਰ ਦੇਵਾਂਗਾ, ਫਿਰ ਜਾਣੋਗੇ। ਸ਼ਾਂਤ ਹਿਰਦੇ ਤਬ ਤੇ ਹੋਏ। ਇਹ ਜਾਣ ਲਓ ਵੀ ਮੇਰੇ ਕਲੇਜੇ ਠੰਡ ਉਦੋਂ ਪੈਣੀ ਹੈ ਵੀ ਜਦੋਂ ਅਰਜਨ ਦੇਵ ਨੂੰ ਸਿੰਘਾਸਣ ਤੋਂ ਉਤਾਰ ਕੇ ਮੈਂ ਗੁਰੂ ਬਣਾਂਗਾ। ਮੇਰੇ ਸੀਨੇ ਵਿੱਚ ਉਦੋਂ ਸ਼ਾਂਤੀ ਆਵੇਗੀ, ਕਲੇਜੇ ਠੰਡ ਪਵੇਗੀ। ਚੌਪਈ ਪਿਤ ਸੁਤ ਜੁਗ ਕੋ ਦੁਖ ਦਿਖਲਾਵਾ। ਤੋ ਇਸ ਤਰ੍ਹਾਂ ਜਿਹੜਾ ਵੈ ਫਿਰ ਕਹਿੰਦਾ ਤੁਹਾਨੂੰ ਦੋ ਬਾਪ ਬੇਟੇ ਨੂੰ, ਤੁਹਾਨੂੰ ਤੇ ਅਰਜੁਨ ਦੇਵ ਦੋ ਪਿਓ ਪੁੱਤਾਂ ਨੂੰ ਮੈਂ ਹੁਣ ਬੜਾ ਦੁਖੀ ਕਰਾਂਗਾ। ਤੁਹਾਨੂੰ ਬੜੇ ਮਾੜੇ ਦਿਨ ਵਿਖਾਉਣੇ ਹਨ, ਦੁੱਖ ਦੇਣਾ ਹੈ। ਤਾਂ ਮੈਂ ਪ੍ਰਿਥਿਆ ਨਾਮ ਤਰਾਵਾ। ਵੀ ਜੇ ਤੁਹਾਨੂੰ ਦੁੱਖ ਨਾ ਦਿੱਤਾ ਤੇ ਮੈਨੂੰ ਪ੍ਰਿਥੀ ਚੰਦ ਕੌਣ ਆਖੇਗਾ। ਤੁਹਾਨੂੰ ਦੁਖੀ ਕਰਾਂਗਾ ਤੇ ਫੇਰ ਮੈਨੂੰ ਆਪਣਾ ਪ੍ਰਿਥੀ ਚੰਦ ਨਾਮ ਰਖਾਉਣ ਤੇ ਮਾਣ ਹੋਵੇਗਾ, ਸਵਾਦ ਆਵੇਗਾ। ਤ੍ਰਿਸ਼ਕਾਰਤ ਕਹਿ ਏਵ ਕਠੋਰਾ। ਜਿਵੇਂ ਉਹ ਕਹਿੰਦੇ ਆ ਨਾ ਵੀ ਮੈਂ ਫਲਾਣਾ ਕੰਮ ਨਾ ਕੀਤਾ, ਮੇਰਾ ਨਾਮ ਬਦਲ ਦੇਣਾ, ਐਂ ਹੀ ਉਹ ਵਿਅੰਗਮਈ ਕਹਿੰਦਾ ਪ੍ਰਿਥੀ ਚੰਦ ਵੀ, ਪਿਤਾ ਜੀ ਜੇ ਤੁਹਾਨੂੰ ਦੋ ਬਾਪ ਬੇਟੇ ਨੂੰ, ਤੁਹਾਨੂੰ ਤੇ ਸ਼੍ਰੀ ਅਰਜਨ ਦੇਵ ਨੂੰ, ਦੋਵਾਂ ਨੂੰ ਮੈਂ ਭੈੜੇ ਦਿਨ ਦਾ ਨਾ ਵਿਖਾਏ, ਰੋਣ ਹਾਕਾ ਨਾ ਕੀਤਾ, ਦੁੱਖ ਨਾ ਦਿੱਤਾ, ਤੇ ਮੈਨੂੰ ਪ੍ਰਿਥੀ ਚੰਦ ਨਾ ਆਖਣਾ। ਫਿਰ ਇਸ ਤਰ੍ਹਾਂ ਤਿਰਸਕਾਰ ਮਹਾਰਾਜ ਦਾ ਨਿਰਾਦਰ ਕਰਦਾ ਹੈ, ਹੋਰ ਵੀ ਮਾੜੇ ਬਚਨ ਬੋਲਦਾ ਹੈ। ਉਠਿਓ ਨਿਕਸੋ ਗਮਨਿਓ ਘਰ ਤੇ ਓਰਾ। ਸੜਿਆ ਬਲਿਆ ਉੱਠ ਕੇ ਮਹਾਰਾਜ ਦੇ ਪਾਸੋਂ ਤੇ ਨਿਕਲਿਆ ਘਰੋਂ ਬਾਹਰ ਨੂੰ ਤੁਰ ਗਿਆ ਹੈ। ਚਲਤ ਜਾਤ ਕਟ ਵਾਕ ਉਚਾਰਤ। ਤੇ ਤੁਰਦਾ ਹੋਇਆ ਵੀ ਚੁੱਪ ਨਾ ਕੀਤਾ, ਜਾਂਦਾ ਹੋਇਆ ਬਾਂਹ ਉਤਾਂ ਨੂੰ ਕਲ ਕਰ ਕਰਕੇ ਭੈੜੇ ਬਚਨ ਬੋਲਦਾ, ਮੰਦਕ ਮੰਦ ਬੋਲ ਕਬੋਲ ਕਰਦਾ ਹੋਇਆ ਤੁਰਿਆ ਜਾ ਰਿਹਾ ਹੈ। ਉੱਚੀ ਧੁਨ ਸਭ ਕੇ ਸ਼ਰੁਤ ਡਾਰਤ। ਤਾਂ ਕਿ ਸਾਰੇ ਸਿੱਖ ਸੁਣ ਲੈਣ ਵੀ ਪ੍ਰਿਥੀ ਚੰਦ ਵੀ ਬੜੇ ਕ੍ਰੋਧ ਵਿੱਚ ਹੈ, ਹੁਣੇ ਬੁਰੀ ਕਰੇਗਾ। ਵੀ ਸਭ ਸਿੱਖਾਂ ਨੂੰ ਡਰਾਉਂਦਾ ਹੈ, ਉੱਚੀ ਉੱਚੀ ਬੋਲਦਾ ਤੇ ਗਾਲ ਮੰਦਾ ਕੱਢਦਾ ਜਾ ਰਿਹਾ ਹੈ। ਆਪਣੇ ਸਦਨ ਪ੍ਰਵੇਸ਼ਿਓ ਜਾਈ। ਤੇ ਆਪਣੇ ਘਰ ਜਿੱਥੇ ਇਹਦਾ ਬਣਾਇਆ ਹੋਇਆ ਅਲੱਗ ਜਗ੍ਹਾ ਉੱਥੇ ਜਾ ਪਹੁੰਚਿਆ ਹੈ। ਮਹਾ ਦੁਖਿਤ ਰਿਸ ਬਾਸਨਾ ਬਸਾਈ। ਤੇ ਹੁਣ ਵਾਸੇ ਦਾ ਕੋਈ ਚੱਲਦਾ ਨਹੀਂ, ਗੁਰਿਆਈ ਮਿਲੀ ਨਹੀਂ ਹੈ, ਪਰ ਦੁਖੀ ਬੜਾ ਹੋ ਰਿਹਾ ਹੈ। ਨਿਸਾ ਵਿਖੈ ਸ੍ਰੀ ਗੁਰੂ ਵਿਚਾਰਾ। ਇੱਧਰ ਜਦੋਂ ਰਾਤ ਕਾਫੀ ਲੰਘ ਗਈ, ਵੀ ਜਿਵੇਂ ਸਾਰੀ ਰਾਤ ਤਾਂ ਕਲੇਸ਼ ਪਾਉਂਦਿਆਂ ਲੰਘਾ ਦਿੱਤਾ ਪ੍ਰਿਥੀ ਚੰਦ ਨੇ। ਕਾਫੀ ਰਾਤ ਜਦੋਂ ਬਤੀਤ ਹੋਈ, ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਫਿਰ ਕਿੱਥੇ ਨੀਂਦ ਲੈਣੀ ਸੀ। ਐਉਂ ਸੱਚੇ ਪਾਤਸ਼ਾਹ ਜੀ ਘਰ ਵਿੱਚ ਕਲੇਸ਼ ਪਿਆ ਹੋਇਆ ਵੇਖ ਕੇ ਸੋਚ ਰਹੇ ਆ, ਰਾਰ ਕਰਨ ਮੈਂ ਇਹੋ ਛਲਵਾਰਾ। ਵੀ ਜਿਹੜਾ ਇਹ ਪ੍ਰਿਥੀ ਚੰਦ ਹੈ ਬੜਾ ਛਲੀਆ ਹੈ, ਧੋਖੇਬਾਜ਼ ਹੈ, ਤੇ ਝਗੜਾ ਕਰਨ ਵਿੱਚ ਵੀ ਤਗੜਾ ਹੈ, ਇਹਨੇ ਟਲਣਾ ਨਹੀਂ ਹੈ। ਅਨੇਕ ਬਿਗਨ ਕੋ ਠਾਨ ਉਪਾਏ। ਤੇ ਇਹ ਬੜੇ ਉਪਾਅ ਕਰੇਗਾ, ਬੜੇ ਵਿਘਨ ਪਾਏਗਾ ਹੁਣ ਇੱਥੇ, ਕਿਉਂਕਿ ਮਹਾਰਾਜ ਜਾਣਦੇ ਵੀ ਹੁਣ ਸਾਡਾ ਜੋਤੀ ਜੋਤ ਸਮਾਉਣ ਦਾ ਵੀ ਸਮਾਂ ਹੈ, ਤੇ ਸੰਗਤਾਂ ਮਿਲਣ ਆਉਣਾ ਤੇ ਇਹਨੇ ਕਲੇਸ਼ ਕਰਨੋਂ ਨਹੀਂ ਹਟਣਾ। ਤੇ ਇਹ ਹੈ ਵੀ ਬੜਾ ਚਲਾਕ ਚੁਸਤ ਹੈ, ਕਿਉਂਕਿ ਹੁਣ ਮਾਂ ਨੇ ਬਾਪ ਨੇ ਦੰਦ ਗਿਣੇ ਹੁੰਦੇ ਆ ਨਾ, ਪਤਾ ਸੀ ਵੀ ਇਹੋ ਜਿਹਾ। ਗੁਰੂ ਰਾਮਦਾਸ ਮਹਾਰਾਜ ਜਾਣਦੇ ਆ ਵੀ ਇਹਨੇ ਹਟਣਾ ਨਹੀਂ ਹੈ, ਕਲੇਸ਼ ਪਾਵੇਗਾ ਤੇ ਬੜੇ ਉਪਾਅ ਕਰੇਗਾ, ਤਰ੍ਹਾਂ ਤਰ੍ਹਾਂ ਦੇ ਵਿਘਨ ਪਾਉਣਾ ਕਰੇਗਾ। ਨਹ ਇਹੋ ਟਰੈ ਕੁਮਤ ਕੋ ਪਾਏ। ਵੀ ਇਹਨੇ ਟਾਲਾ ਨਹੀਂ ਕਰਨਾ, ਵੀ ਜਿੱਦੀ ਬੜਾ ਹੈ, ਇਹਨੇ ਟਲਣਾ ਨਹੀਂ, ਕਲੇਸ਼ ਝਗੜਾ ਪਾਉਣੋਂ ਹੰਕਾਰੀ ਬੜਾ ਹੈ। ਤੇ ਇਹ ਭੈੜੀ ਮਤ ਧਾਰਨ ਕੀਤੀ, ਭਾਵ ਕਿ ਸ਼ੁਰੂ ਤੋਂ ਹੀ ਕੁਮੱਤੀਆ ਹੈ, ਭੈੜੀ ਮਤ ਵਾਲਾ ਹੈ। ਤਨ ਤਿਆਗਨ ਕੋ ਸਮਾ ਸੁ ਆਏ। ਤੇ ਬਾਕੀ ਸਾਡਾ ਹੁਣ ਸਮਾਂ ਜਿਹੜਾ ਸਰੀਰ ਛੱਡਣ ਦਾ ਹੈ ਨਾ, ਉਹ ਸਾਡੀ ਉਮਰ ਪੂਰੀ ਹੋ ਚੁੱਕੀ ਹੈ, ਸੱਚਖੰਡ ਜਾਣ ਦਾ ਸਮਾਂ ਵੀ ਲਾਗੇ ਹੈ। ਜਿਮ ਸ਼੍ਰੀ ਅਮਰ ਬਾਕ ਫਰਮਾਏ। ਜਿਵੇਂ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ, ਅਸੀਂ ਗੋਇੰਦਵਾਲ ਰਹਿੰਦਿਆਂ ਹੋਇਆਂ ਹਮ ਕੋ ਉਚਿਤ ਕਰਨ ਸੋ ਨੀਕਾ। ਵੀ ਉਹ ਕੰਮ ਅਸੀਂ ਕਰ ਚੁੱਕੇ, ਭਾਵ ਜਿਹੜੇ ਕੰਮ ਦੀ ਡਿਊਟੀ ਸਾਡੀ ਗੁਰੂ ਅਮਰਦਾਸ ਮਹਾਰਾਜ ਜੀਆਂ ਲਗਾਈ ਸੀ, ਵੀ ਸੰਤੋਖ ਸਰ ਸਰੋਵਰ ਦੀ ਖੁਦਾਈ ਕਰਵਾਓ ਤੇ ਗੁਰੂ ਕਾ ਚੱਕ ਨਗਰ ਵਸਾਓ, ਉਹਦੇ ਪੂਰਬ ਵਾਲੇ ਪਾਸੇ ਜਿੱਥੇ ਬੇਰਾਂ ਦਾ ਝੁੰਡ ਹੈ ਉੱਥੇ ਤੁਸੀਂ ਜਿਹੜਾ ਹੈ ਉਹ ਇੱਕ ਅੰਮ੍ਰਿਤਸਰ ਨਾਵੇਂ ਸਰੋਵਰ ਵੀ ਖੁਦਵਾਓ। ਵੀ ਅਸੀਂ ਜਿੰਨੀ ਡਿਊਟੀ ਸਾਨੂੰ ਗੁਰੂ ਅਮਰਦਾਸ ਮਹਾਰਾਜ ਲਗਾ ਕੇ ਗਏ ਸੀ, ਉਹ ਸਾਰੀ ਦੀ ਸਾਰੀ ਜਿਹੜੀ ਵਾ ਉਹ ਜ਼ਿੰਮੇਵਾਰੀ ਅਸੀਂ ਹੁਣ ਪੂਰੀ ਕਰ ਚੁੱਕੇ ਹਾਂ। ਜਥਾ ਹੁਕਮ ਪਰਮੇਸ਼ਰ ਦੀਨਾ। ਆ ਪਰਮੇਸ਼ਰ ਸਰੂਪ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਜਿੰਨਾ ਕੋ ਹੁਕਮ ਆਗਿਆ ਸਾਨੂੰ ਕੀਤੀ ਹੋਈ ਸੀ। ਨਿਕਟ ਨਾ ਰਹਿ ਹੈ ਪ੍ਰਿਥਿਆ ਤਬੈ। ਤੇ ਜਿਹੜਾ ਹੈ ਅਸੀਂ ਚਾਹੁੰਦੇ ਹਾਂ ਵੀ ਜਦੋਂ ਅਸੀਂ ਸੱਚਖੰਡ ਚਾਲਾ ਮਾਰੀਏ ਜਾਈਏ, ਪ੍ਰਿਥੀ ਚੰਦ ਸਾਡੇ ਲਾਗੇ ਨਾ ਹੋਵੇ, ਉਦੋਂ ਪਾਸ ਨਾ ਹੋਵੇ। ਹਮ ਤਨ ਤਿਆਗਨ ਕਰ ਹੈ ਜਬੈ। ਜਦੋਂ ਅਸੀਂ ਸਰੀਰ ਛੱਡੀਏ, ਸੰਸਾਰ ਤੋਂ ਜਾਈਏ, ਸੱਚਖੰਡ ਵਿਰਾਜੀਏ,
ਪਿਰਥੀ ਚੰਦ ਸਾਡੇ ਲਾਗੇ ਨਾ ਹੋਵੇ, ਕਿਉਂਕਿ ਇਹਨੇ ਝਗੜਾ ਕਰਨਾ ਹੈ, ਕਲੇਸ਼ ਪਾਵੇਗਾ। ਉਹ ਸਮੇਂ ਵੀ ਇਹਨੇ ਕਲੇਸ਼ ਕਰਨੋਂ ਨਹੀਂ ਹਟਣਾ ਹੈ, ਕਰਤਾ ਇਹੋ ਉਤਪਾਤ ਵਿਸਾਲਾ। ਕਿਉਂਕਿ ਪਾਪੀ ਹੈ ਤੇ ਬੜੇ ਭੈੜੇ ਪਾਪ ਕਰਨ ਵਾਲਾ ਹੈ, ਪਾਪੀ ਬਿਰਤੀ ਵਾਲਾ ਬੜਾ ਵੱਡਾ ਹੈ। ਸ਼੍ਰੀ ਅਰਜਨ ਤੇ ਰਹਿ ਨਿਰਾਲਾ। ਤੇ ਅਸੀਂ ਚਾਹੁੰਦੇ ਹਾਂ ਵੀ ਹੁਣ ਇਹ ਪਾਸੇ ਹੀ ਜਿਹੜਾ ਰਵੇ, ਟਾਲਾ ਹੀ ਹੋਵੇ, ਵੀ ਸ਼੍ਰੀ ਅਰਜਨ ਦੇਵ ਤੋਂ ਨਾ ਇਹ ਕਿਤੇ ਦੂਰ ਹੀ ਜਿਹੜਾ ਗਲੋਂ ਲੱਥਾ ਰਵੇ, ਲਾਗੇ ਨਾ ਆਵੇ ਕਦੇ, ਇਹ ਟਾਲਾ ਹੀ ਹੋਵੇ ਸ਼੍ਰੀ ਅਰਜਨ ਦੇਵ ਤੋਂ। ਇਹ ਠਾਂ ਬਣੈ ਨ ਨੀਕੀ ਬਾਤੀ। ਵੀ ਇਹ ਦੂਰ ਹੀ ਕਿਤੇ ਚੰਗਾ ਹੈ, ਵੀ ਇੱਥੇ ਚੰਗੀ ਗੱਲ ਨਹੀਂ, ਚੰਗੀ ਰੀਤ ਨੀਤ ਬਣਨੀ ਨਹੀਂ ਹੈ, ਵੀ ਜੇ ਅਸੀਂ ਇੱਥੇ ਹੀ ਰਹੇ ਤੇ ਇਹ ਸਾਰਾ ਕੁਝ ਬਣਨਾ ਨਹੀਂ। ਵੀ ਇਸ ਨੇ ਝਗੜਾ ਕਰਨੋਂ ਹਟਣਾ ਨਹੀਂ, ਸੰਗਤਾਂ ਆਉਣਗੀਆਂ, ਬੜਾ ਬੁਰੀ ਜਿਹੜੀ ਦਸ਼ਾ ਹਾਲਤ ਹੋਵੇਗੀ, ਸੰਗਤਾਂ ਵੇਖ ਕੇ ਦੁੱਖ ਮਨਾਉਣਗੀਆਂ। ਗੋਇੰਦਵਾਲ ਚੱਲਹਿ ਉਠ ਪ੍ਰਾਤੀ। ਤੇ ਵਿਚਾਰ ਕੀਤਾ ਵੀ ਅਸੀਂ ਅੰਮ੍ਰਿਤ ਵੇਲਾ ਹੁੰਦਿਆਂ ਸਾਰੇ ਗੋਇੰਦਵਾਲ ਸਾਹਿਬ ਚਲੇ ਜਾਵਾਂਗੇ, ਸ਼੍ਰੀ ਗੁਰੂ ਅਮਰਦਾਸ ਕੇ ਨੰਦ। ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਰਹਿੰਦੇ ਆ। ਮੋਹਨ ਸੁਮਤ ਮੋਹਰੀ ਚੰਦ। ਬਾਬਾ ਮੋਹਨ ਜੀ ਦਰਵੇਸ਼ ਪੁਰਸ਼ ਤੇ ਸ਼੍ਰੇਸ਼ਟ ਮੱਤ ਵਾਲੇ ਬਾਬਾ ਮੋਹਰੀ ਚੰਦ ਜੀ ਰਹਿੰਦੇ ਆ। ਸ਼੍ਰੀ ਅਰਜਨ ਕੀ ਬਾਹੇ ਗਹਾਏ। ਤੇ ਅਸੀਂ ਉਹਨਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬਜ਼ਾਦੇ ਦੀ ਬਾਂਹ ਪਕੜਾ ਦੇਵਾਂਗੇ ਵੀ ਤੁਸੀਂ ਵੱਡੇ ਹੋ ਤੇ ਪਿਰਥੀ ਚੰਦ ਝਗੜਾ ਕਰਦਾ, ਤੁਸੀਂ ਮਾਮੇ ਹੋ ਇਹਨਾਂ ਦੇ, ਤੇ ਇਹ ਅਰਜਨ ਦੇਵ ਦੀ ਲਾਜ ਜਿਹੜੀ, ਜਾਂ ਅਰਜਨ ਦੇਵ ਦਾ ਜਿਹੜਾ ਵਾ ਨਾ ਰਖਵਾਲੀ, ਜਾਂ ਜੋ ਵੀ ਕੋਈ ਹੈ ਉਹ ਤੁਸਾਂ ਕਰਨਾ ਹੈ, ਇਹਦਾ ਸਾਥ ਦੇਣਾ। ਵੀ ਇਹਨਾਂ ਦੀ ਬਾਂਹ ਅਰਜਨ ਦੇਵ ਦੀ ਅਸੀਂ ਇਹਨਾਂ ਦੇ ਮਾਮਿਆਂ ਨੂੰ ਪਕੜਾਵਾਂਗੇ, ਜਿਹੜੇ ਵੈ ਉਹ ਦੋਵੇਂ ਮੋਹਨ ਤੇ ਮੋਹਰੀ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ। ਤੀਰ ਬਿਪਾਸਾ ਚੱਲਹਿ ਸਮਾਏ। ਤੇ ਅਸੀਂ ਹੁਣ ਸਮਾਵਾਂਗੇ ਜੋਤੀ ਜੋਤ ਬਿਆਸ ਦਰਿਆ ਦੇ ਕੰਢੇ ਜਾ ਕੇ, ਗੋਇੰਦਵਾਲ ਜਾ ਕੇ ਜੋਤੀ ਜੋਤ ਸਮਾਵਾਂਗੇ। ਨਿਕਟਹ ਕਾਰਨ ਕੀਨ ਸਭਾਨੀ। ਇਸ ਤਰ੍ਹਾਂ ਕਹਿ ਕੇ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਮਾਤਾ ਭਾਨੀ ਜੀਆਂ ਨੂੰ ਪਾਸ ਬੁਲਾਇਆ ਹੈ। ਸਰਬ ਭੇਦ ਸਮਝਾਏ ਮਹਾਨੀ। ਤੇ ਸਾਰਾ ਭੇਦ ਦੱਸ ਦਿੱਤਾ ਵੀ ਆਪਾਂ ਇਹ ਭਾਨੀ ਆਪਾਂ ਇੱਥੇ ਨਹੀਂ ਰਹਿਣਾ, ਹੁਣ ਇੱਥੋਂ ਚਲੇ ਜਾਣਾ ਹੈ। ਗੋਇੰਦਵਾਲ ਪ੍ਰਾਤ ਕੋ ਚੱਲੀਆ ਹੈ। ਅੰਮ੍ਰਿਤ ਵੇਲਾ ਹੁੰਦਿਆਂ ਸਾਰੀ ਆਪਾਂ ਸਾਰੇ ਗੋਇੰਦਵਾਲ ਸਾਹਿਬ ਚਲੇ ਜਾਣਾ ਹੈ। ਨਹਿਰ ਬਿਖੈ ਅਖਿਲ ਸੰਗ ਮਿਲਿਆ ਹੈ। ਤੇ ਇਸ ਤਰ੍ਹਾਂ ਜਿਹੜਾ ਉੱਥੇ ਤੂੰ ਆਪਣੇ ਪੇਕਿਆਂ ਨੂੰ ਮਿਲ ਲੈਣਾ, ਤੇਰੇ ਪੇਕੇ ਆ ਉੱਥੇ, ਉੱਥੇ ਤੁਸੀਂ ਆਪਣੇ ਪੇਕੇ ਪਿੰਡ ਰਹਿ ਲੈਣਾ, ਮਿਲ ਲੈਣਾ ਚੱਜ ਨਾਲ। ਪੁਨ ਭਾਈ ਬੁੱਢਾ ਸਮਝਾਇਆ। ਤੇ ਪੁਨ੍ਹਾ ਫਿਰ ਭਾਈ ਬੁੱਢਾ ਜੀ, ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਸਭ ਗੱਲ ਸਮਝਾ ਦਿੱਤੀ ਹੈ। ਭੋਰ ਹੋਤ ਤਿਆਰੀ ਕਰਵਾਇਆ। ਮਹਾਰਾਜ ਨੇ ਆਖਿਆ ਵੀ ਤੁਸੀਂ ਵੀ ਸਾਡੇ ਨਾਲ ਜਾਣਾ, ਤੇ ਅੰਮ੍ਰਿਤ ਵੇਲਾ ਹੁੰਦਿਆਂ ਸਾਰੀ ਆਪਾਂ ਦਿਨ ਚੜ੍ਹਦੇ ਚੜ੍ਹਦੇ ਹੀ ਆਪਾਂ ਇੱਥੋਂ ਤੁਰ ਪੈਣਾ, ਤੇ ਤੁਸੀਂ ਨਾਲ ਜਾਣਾ, ਤੇ ਸਵੇਰੇ ਜਾਣ ਵਾਸਤੇ ਤਿਆਰੀ ਕਰ ਲਈ ਜਾਵੇ। ਕਹਿ ਕਰ ਖਾਨ ਪਾਨ ਕੋ ਕਰ ਤੇ ਕੈ। ਇਸ ਤਰ੍ਹਾਂ ਫਿਰ ਜਿੰਨੀ ਕੁ ਭੁੱਖ ਸੀਗੀ ਕਹਿ ਕੇ ਮਹਾਰਾਜ ਨੇ, ਤੇ ਉਹ ਜਿੰਨੀ ਕੁ ਭੁੱਖ ਸੀ ਸਭ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਲੰਗਰ ਵਿੱਚ ਬੈਠ ਕੇ ਇੱਥੇ ਅੰਮ੍ਰਿਤਸਰ ਸਾਹਿਬ ਪ੍ਰਸ਼ਾਦਾ ਛਕਿਆ ਹੈ। ਸੁਪਤ ਜਥਾ ਸੁਖ ਸਹਜਾ ਪਰ ਕੈ। ਜਿੰਨਾ ਕੁ ਚੈਨ ਮਹਾਰਾਜ ਨੂੰ ਨੀਂਦਰੇ ਦੇ ਹਿਸਾਬ ਦੇ ਨਾਲ ਮਹਾਰਾਜ ਜੀਆਂ ਯਥਾ ਸ਼ਕਤ ਜਿਹੜਾ ਹੈ ਉਹ ਨਿੰਦਰਾ ਲਿਆ ਹੈ। ਇੱਕ ਰਾਤ ਇੱਥੇ ਬਤੀਤ ਕੀਤੀ, ਬਰਾਜ ਗਏ ਹਨ। ਜਾਮ ਜਾਮਨੀ ਤੇ ਉੱਠ ਜਾਗੇ। ਜਦੋਂ ਰਾਤ ਬਤੀਤ ਹੋਈ ਤੇ ਪੈਰ ਘੂਰਿਆ ਸੀ, ਭਾਵ ਕੋ 12 ਵਜੇ ਤੱਕ ਤਾਂ ਪ੍ਰਿਥੀ ਚੰਦ ਝਗੜਾ ਕਰਦਾ ਰਿਹਾ। ਸੋਹਣਾ ਮਹਾਰਾਜ ਨੇ ਬਰਾਜਣਾ ਕਿੰਨਾ ਕੁ ਸੀ। ਜਦੋਂ ਤੜਕਾ ਹੋਇਆ ਹੈ ਤੇ ਉੱਠਦਿਆਂ ਸਾਰੀ ਮਹਾਰਾਜ ਜੀ, ਜਦੋਂ ਭਾਵ ਇੱਕ ਪਹਿਰ ਰਾਤ ਰਹਿੰਦਿਆਂ ਕੋ 3 ਵਜੇ ਦਾ ਸਮਾਂ ਹੋਵੇ, ਜਿਵੇਂ ਸਤਿਗੁਰੂ ਜੀ ਜਾਗੇ ਹਨ। ਨਿਤ ਕੀ ਕਿਰਿਆ ਕਰਨ ਕੋ ਲਾਗੇ। ਤੋ ਸੌਚ ਕਿਰਿਆ ਆਦਿਕ ਮਲਮੂਦ ਦੀ ਸੌਚ ਕਿਰਿਆ ਕਰਕੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਨ ਲੱਗ ਪਏ ਐ। ਕਰਮ ਜਨ ਨਿਜ ਬ੍ਰਿਤੀ ਟਿਕਾਈ। ਤੇ ਉਹ ਸਤਿਗੁਰਾਂ ਇਸ਼ਨਾਨ ਕਰਨ ਤੋਂ ਬਾਅਦ ਚੌਂਕੜਾ ਲਾਇਆ ਤੇ ਸਮਾਧੀ ਵਿੱਚ ਲੀਨ ਹੋ ਗਏ, ਬਿਰਤੀ ਟਿਕਾ ਲਈ ਹੈ। ਆਨੰਦ ਆਤਮ ਵਿਖੈ ਸਮਾਈ। ਤੇ ਆਤਮ ਆਪ ਵਿੱਚ ਭਾਵ ਕੇ ਸਵੈੰ ਵਿੱਚ ਹੀ ਉਹ ਜਿਹੜਾ ਵੈ ਸਮਾਧੀ ਲਾ ਕਰਕੇ ਆਨੰਦ ਮਾਨਣਾ ਕੀਤਾ, ਜਾਂ ਆਤਮ ਸਰੂਪ ਪਰਮੇਸ਼ਰ ਵਿੱਚ ਲੀਨ ਹੋ ਗਏ ਐ। ਦਵਾਇ ਕਟਿਕਾ ਜਬ ਜਾਮਨ ਰਹੀ। ਤੇ 2 ਕੁ ਘੜੀਆਂ ਦਿਨ ਚੜ੍ਹਨ ਵਿੱਚ ਰਹਿ ਗਏ ਸੀ। ਇੱਕ ਰਾਤ ਜਿਹੜੀ 2 ਘੜੀਆਂ ਰਹਿ ਗਈ ਸੀ, ਕੋਈ 48 ਕੁ ਮਿੰਟ। ਛੁੱਟੀ ਸਮਾਧ ਦੇਹ ਸੁਧ ਲਈ। ਸਤਿਗੁਰਾਂ ਦੀ ਸਮਾਧੀ ਤੋਂ ਸਤਿਗੁਰੂ ਥਾਨ ਹੋਇਆ ਤੇ ਸਰੀਰ ਦੀ ਸੁਧ ਖਬਰ ਲਈ ਆ, ਜਾਗੇ ਹਨ। ਕਹਿ ਕਰ ਸਭ ਤਿਆਰੀ ਕਰਵਾਏ। ਸਭ ਸੰਗਤਾਂ ਨੂੰ ਕਹਿ ਕੇ ਮਹਾਰਾਜ ਜੀ ਜਿਨ੍ਹਾਂ ਨੇ ਜਾਣਾ ਨਾਲ, ਉਹ ਤਿਆਰੀ ਕਰਵਾ ਲਈ ਹੈ।
ਸ਼੍ਰੀ ਅਰਜਨ ਪਾਨੀ ਸੰਗ ਜਾਏ। ਤੇ ਆਖਿਆ ਵੀ ਜਿਹੜੇ ਸ਼੍ਰੀ ਅਰਜਨ ਦੇਵ ਆ ਨਾ ਉਹ ਆਪਣੀ ਮਾਤਾ ਭਾਨੀ ਜੀ ਦੇ ਨਾਲ ਪਹਿਲਾਂ ਅੱਗੇ ਜਾਣਗੇ। ਪ੍ਰਥਮ ਪੰਥ ਇਨ ਗਮਨ ਕਰਵਾਇਆ। ਤੇ ਮਹਾਰਾਜ ਨੇ ਪਹਿਲਾਂ ਮਾਤਾ ਭਾਨੀ ਜੀ ਤੇ ਪੁੱਤਰ ਸਾਹਿਬਜ਼ਾਦੇ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਨੂੰ ਤੋਰ ਦਿੱਤਾ ਹੈ। ਗੋਇੰਦਵਾਲ ਦੇ ਰਸਤੇ ਤੋਂ ਪਾ ਦਿੱਤਾ, ਤੋਰ ਦਿੱਤਾ ਹੈ। ਕੇਤਕ ਸਿੱਖ ਦਾਸ ਸੰਗ ਲਿਆਇਆ। ਲਾਇਆ ਹੋ ਕੁਝ ਕੁ ਸਿੱਖ ਤੇ ਦਾਸ ਜਿਹੜੇ ਵਾ ਉਹ ਨਾਲ ਲਾ ਦਿੱਤੇ, ਤੋਰ ਦਿੱਤੇ ਹਨ। ਗੁਰੂ ਆਰੂੜ ਹੋਏ ਪ੍ਰਸਥਾਨੇ। ਤੇ ਪਿੱਛੋਂ ਗੁਰੂ ਰਾਮਦਾਸ ਮਹਾਰਾਜ ਜੀ ਪਾਲਕੀ ਵਿੱਚ ਚੜ ਗਏ ਹਨ। ਲਏ ਸਿੱਖ ਸੰਗ ਪ੍ਰੇਮ ਮਹਾਨੇ। ਤੇ ਜਿਨ੍ਹਾਂ ਦੇ ਮਨ ਵਿੱਚ ਕੋਈ ਡਾਢਾ ਪ੍ਰੇਮ ਹੈ ਉਹ ਪ੍ਰੇਮੀ ਸਿੱਖ ਵੀ ਮਹਾਰਾਜ ਦੇ ਨਾਲ ਗੋਇੰਦਵਾਲ ਜਾ ਰਹੇ ਹਨ। ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਭਾਈ ਗੁਰਦਾਸ ਜੀ ਵਰਗੇ। ਪ੍ਰਿਥਿਆ ਸੁਪਤ ਤਜਿਓ ਘਰ ਮਾਹੀ। ਤੇ ਪ੍ਰਿਥੀ ਚੰਦ ਨੂੰ ਸੁੱਤੇ ਨੂੰ ਹੀ ਛੱਡ ਦਿੱਤਾ। ਭਾਵ ਅਜੇ ਜਾਗਿਆ ਨਹੀਂ ਸੀ ਪ੍ਰਿਥੀ ਚੰਦ ਜਦੋਂ ਸੱਚੇ ਪਾਤਸ਼ਾਹ ਦੀ ਗੋਇੰਦਵਾਲ ਨੂੰ ਚੱਲ ਪਏ ਐ। ਗੁਰ ਰੁਖ ਲਖ ਕਿਨ ਸੁਧ ਦੀਏ ਨਾਹੀ। ਤੇ ਗੁਰੂ ਰਾਮਦਾਸ ਮਹਾਰਾਜ ਦਾ ਉਹ ਸੁਭਾਅ ਜਿਹਾ ਜਾਣ ਲਿਆ ਵੀ ਮਹਾਰਾਜਨ ਸ਼ਾਂਤੀ ਚਾਹੁੰਦੇ, ਇੱਥੋਂ ਜਾਣਾ ਚਾਹੁੰਦੇ ਆ। ਤੇ ਕਿਸੇ ਨੇ ਵੀ ਪ੍ਰਿਥੀ ਚੰਦ ਨੂੰ ਦੱਸਿਆ ਨਾ, ਸਭ ਨੇ ਚੁੱਪ ਹੀ ਰੱਖੀ। ਉਵੇਂ ਕਲੇਸ਼ ਜੂ ਪਾਉਂਦਾ ਸੀ, ਝਗੜਾ ਪਤਾ ਸੀ ਵੀ ਜਾਗ ਕੇ ਕਿਹੜਾ ਇਹਨੇ ਕੋਈ ਕਮਾਈ ਕਰਨੀ ਹੈ, ਝਗੜਾ ਹੀ ਕਰਨਾ। ਕਿਸੇ ਨੇ ਪ੍ਰਿਥੀ ਚੰਦ ਨੂੰ ਸੁੱਧ ਖਬਰ ਨਾ ਦਿੱਤੀ ਵੀ ਗੁਰੂ ਰਾਮਦਾਸ ਮਹਾਰਾਜ ਪਰਿਵਾਰ ਸਮੇਤ ਅੰਮ੍ਰਿਤਸਰ ਸਾਹਿਬ ਛੱਡ ਚੱਲੇ ਆ, ਗੋਇੰਦਵਾਲ ਸਾਹਿਬ ਜਾ ਰਹੇ ਹਨ। ਤੇ ਇਸ ਤਰ੍ਹਾਂ ਫਿਰ ਪ੍ਰਿਥੀ ਚੰਦ ਘਰ ਵਿੱਚ ਸੁੱਤਾ ਹੋਇਆ ਸੀ। ਭਾਦਰੋਂ ਸੁਦੀ ਪ੍ਰਤਪਦਾ ਦਿਨ ਕੋ। ਤੇ ਭਾਦਰੋਂ ਦੀ ਉਹ ਸੁਦੀ ਥਿੱਤ ਜਿਹੜੀ ਵਾਕੋ ਪਹਿਲੀ ਸੀਗੀ, ਜਿਵੇਂ ਆਕੂ ਮੱਸਿਆ ਤੋਂ ਅਗਲਾ ਦਿਨ ਸੀਗਾ। ਭਾਦਰੋਂ ਦੇ ਮਹੀਨੇ ਦੀ ਮੱਸਿਆ ਤੋਂ ਅਗਲਾ ਦਿਨ ਸੁਦੀ ਪਹਿਲੀ ਦਿਨ ਦੀ ਸੀ। ਗੁਰਤਾ ਤਿਲਕ ਦੀਨ ਅਰਜਨ ਕੋ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਿਆਈ ਦਾ ਤਖਤ ਬਖਸ਼ਿਸ਼ ਕੀਤਾ ਸਤਿਗੁਰਾਂ ਨੇ। ਚੜ੍ਹੇ ਦੂਜ ਕੇ ਦਿਓ ਕਿਰਪਾਲ। ਤੇ ਦੂਜ ਥਿੱਤ ਜਿਹੜੀ ਹੁੰਦੀ ਜਿਵੇਂ ਮੱਸਿਆ ਤੋਂ 2 ਦਿਨ ਬਾਅਦ ਵਿੱਚ ਜਿਵੇਂ ਸੁਦੀ ਉਹ ਹੋ ਜਾਂਦੀ ਨਾ ਆਰੰਭ, ਪੁੰਨਿਆਂ ਤੋਂ ਪਹਿਲਾਂ ਸੁਦੀ ਹੁੰਦੀ, ਮੱਸਿਆ ਤੋਂ ਪਹਿਲਾਂ ਬਦੀ ਹੁੰਦੀ ਹੈ। ਤੋ 2 ਸੁਦੀ ਭਾਦਰੋਂ ਦੀ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਅੰਮ੍ਰਿਤਸਰ ਸਾਹਿਬ ਛੱਡਿਆ, ਗੋਇੰਦਵਾਲ ਸਾਹਿਬ ਚੱਲੇ ਆ। ਆਨ ਪਹੁੰਚੇ ਗੋਇੰਦਵਾਲ। ਰਸਤਾ ਤੈਅ ਕਰਕੇ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਪਰਿਵਾਰ ਸਾਰਾ।